आजकल बहुत खबर चल रही है, टीवी ते देख लीए कि 0% है, यानी कि 0 प्रोसैसिंग फीस नाल वीजे लगवाउण दी गल कीती जा रही है, कंसल्ट करन दी गल कीती जा रही है, जबकि SOP IRCC ਦੇ ਨਾਮ ਤੇ ਬਹੁਤ ਪੈਸੇ ਲਏ ਜਾ ਰਹੇ ਨੇ, ਵੱਡੀ ਗਿਣਤੀ ਦੇ ਵਿੱਚ ਕਹਿ ਸਕਦੇ ਹਾਂ ਹਜ਼ਾਰਾਂ ਰੁਪਏ ਲਏ ਜਾ ਰਹੇ ਨੇ। ਬੱਚਿਆਂ ਨੂੰ ਬਹੁਤ ਡਾਊਟ ਹੈ, ਕੈਨੇਡਾ ਜਾ ਕੇ ਆਲਰੇਡੀ ਉਹਨਾਂ ਦੇ ਹੱਥ ਵਿੱਚ ਰਿਫਿਊਜ਼ਲ ਆ ਜਾਂਦੀ ਹੈ, ਜਦੋਂ ਫਿਰ ਬਹੁਤ ਸਾਰੀ ਕਨਫਿਊਜ਼ਨਸ ਹੁੰਦੀ ਹੈ, ਉਸ ਚੱਕਰ 'ਚ ਪੈਸੇ ਵੀ ਦੇ ਦਿੰਦੇ ਨੇ। ਜਦੋਂ ਵੀ ਕੈਨੇਡਾ ਦਾ ਵੀਜ਼ਾ ਅਪਲਾਈ ਕਰਦੇ ਹਾਂ ਤਾਂ ਤਿੰਨ ਚੀਜ਼ਾਂ ਬੜੀ ਇੰਪੋਰਟੈਂਟ ਹੈ। ਇੱਕ ਤਾਂ ਕਾਲਜ, ਅਸੀਂ ਹਰ ਵਾਰ ਕਹਿ ਰਹੇ ਹਾਂ ਜੀ, ਕੋਰਸ ਜਿਹੜਾ ਉਹਦੇ ਸਟੱਡੀ ਨਾਲ ਰੈਲੇਵੈਂਟ ਹੋਣਾ ਚਾਹੀਦਾ। ਤੀਸਰਾ ਕੰਸਲਟੈਂਟ ਜੀ। ਹੁਣ ਟੀਵੀ ਤੇ ਜਦੋਂ ਅਸੀਂ ਐਡਵਰਟਾਈਜ਼ਮੈਂਟ ਦੇਖਦੇ ਹੁੰਦੇ ਜੇ ਲਿਖਿਆ ਹੁੰਦਾ ਕਿ ਤੁਹਾਨੂੰ ਜਿਹੜਾ ਹੈ ਕੋਈ ਪ੍ਰੋਸੈਸਿੰਗ ਫੀਸ ਨਹੀਂ ਦਿੱਤੀ ਜਾਏਗੀ ਜੀ, ਬਿਲਕੁਲ। ਬਟ ਜਦੋਂ ਬੱਚਾ ਜਾਂਦਾ, ਸਾਡੇ ਨਾਲ ਵੀ ਕਈ ਬੱਚੇ ਤਾਂ ਸਾਨੂੰ ਮਿਲੇ ਆ ਜਿਨ੍ਹਾਂ ਨੇ ਦੱਸਿਆ ਕਿ ਅਸੀਂ SOP ਦੇ ਨਾਮ ਤੇ 50,000 ਰੁਪਏ ਦੇ ਦਿੱਤਾ, ਸਾਨੂੰ ਇਹ ਕਿਹਾ ਗਿਆ ਕਿ ਤੁਹਾਡੀ ਫਾਈਲ ਕੈਨੇਡਾ ਦੇ ਵਕੀਲ ਲਾਏਗਾ, ਉਹਦੇ ਨਾਮ ਤੇ ਲੱਖ ਰੁਪਏ ਲਿੱਤਾ ਗਿਆ। ਬਟ ਜਦੋਂ ਉਸ ਬੱਚੇ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਤਾਂ ਕੰਸਲਟੈਂਟ ਇਹੀ ਗੱਲ ਕਹਿੰਦਾ ਕਿ ਮੈਂ ਤਾਂ ਕੋਈ ਪ੍ਰੋਸੈਸ ਪੈਸੇ ਨਹੀਂ ਲਿੱਤਾ, ਕਿਉਂਕਿ ਮੈਂ ਤਾਂ ਪੈਸਾ ਬਾਹਰ ਦਿੱਤਾ। ਜਦਕਿ ਪ੍ਰੈਕਟੀਕਲ ਗੱਲ ਹੈ ਜਿਹੜੀ SOP ਔਰ ਇਸ ਦੀ IRCC ਨਾਮ ਤੇ ਲੋਕ ਪੈਸੇ ਲੈ ਰਹੇ, ਬਹੁਤ ਵੱਡੀ ਠੱਗੀ ਹੈ। ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਤੁਸੀਂ ਕੰਸਲਟੈਂਟ ਕੋਲ ਜਾਂਦੇ ਹੋ ਤਾਂ ਇਹ ਸੋਚੋ ਕਿ ਉਹਦੀ ਆਪਣੀ ਪ੍ਰੋਸੈਸਿੰਗ ਫੀਸ ਕਿੰਨੀ ਹੈ, ਹੋਰ ਕਿਸ ਚੀਜ਼ ਦੇ ਖਰਚੇ ਤੁਹਾਡੇ ਕੋਲ ਲੈ ਰਹੇ ਆ। ਅਗਰ ਆਪਣੀ ਪ੍ਰੋਸੈਸਿੰਗ ਫੀਸ 0 ਲੈ ਰਹੇ ਆ ਤਾਂ ਉਸ ਤੋਂ ਇਲਾਵਾ 1-2 ਲੱਖ ਰੁਪਏ ਉੱਦਾਂ ਚਾਰਜ ਕਰ ਲੈਂਦਾ ਹੈ। ਤਾਂ ਬੱਚਿਆਂ ਨੂੰ ਇਹ ਚਾਹੀਦਾ ਕਿ ਜਦੋਂ ਤੁਸੀਂ ਰਿਫਿਊਜ਼ਲ ਕੇਸਿਸ ਖਾਦੇ, ਕੋਈ ਡਰ ਦਾ ਮਾਹੌਲ ਤਾਂ ਰਿਫਿਊਜ਼ਲ ਨਹੀਂ ਹੈ, ਉਹਨੂੰ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਬੱਚਾ ਅਗਰ ਵੀਜ਼ਾ ਰਿਫਿਊਜ਼ ਹੋ ਗਿਆ, ਆਪਣੀ ਰਿਫਿਊਜ਼ਲ ਲੈਟਰ, ਆਪਣੇ ਡਾਕੂਮੈਂਟ ਲੈ ਕੇ 2-4-5 ਕੰਸਲਟੈਂਟ ਦਫ਼ਤਰ ਜਾਵੇ, ਆਪਣੇ ਕੇਸ ਨੂੰ ਕੰਸਲਟ ਕਰੇ, ਪੁੱਛੇ ਕਿ ਮੇਰਾ ਵੀਜ਼ਾ ਰਿਫਿਊਜ਼ ਹੋਣ ਦਾ ਕੀ ਕਾਰਨ ਸੀ, ਔਰ ਆਪਣੀ ਰਿਫਿਊਜ਼ਲ ਦੇ ਆਨਸਰ ਨੂੰ ਖੁਦ ਲੱਭੇ। ਜਦੋਂ ਵੀ ਕੋਈ ਕਾਲਜ ਬੱਚੇ ਦੀ ਆਫਰ ਲੈਟਰ ਦੇ ਪੈਸੇ ਚਾਰਜ ਕਰਦਾ ਤਾਂ ਕਾਲਜ ਬਕਾਇਦਾ ਬੱਚੇ ਨੂੰ ਜਾਂ ਉਸਦੇ ਕੰਸਲਟੈਂਟ ਨੂੰ ਰਿਸਿਪਟ ਦਿੰਦਾ ਹੈ। ਤੁਸੀਂ ਅਗਰ ਤੁਸੀਂ ਪੈਸੇ ਦੇ ਰਹੇ ਹੋ, ਤੁਸੀਂ ਰਿਸਿਪਟ ਮੰਗਣ ਦੇ ਹੱਕਦਾਰ ਹੋ। ਉਸ ਤੋਂ ਬਾਅਦ ਜਿਹੜੀ ਖਰਚੇ ਹੈ ਬੱਚੇ ਦੀ, ਉਹ ਟਿਊਸ਼ਨ ਫੀਸ ਹੈ, 12 ਤੋਂ 15,000 ਡਾਲਰ ਬੱਚੇ ਦੀ ਟਿਊਸ਼ਨ ਫੀਸ ਜਾ ਰਹੀ ਹੈ, ਅਪਰੋਕਸੀਮੇਟਲੀ 9 ਤੋਂ 10 ਲੱਖ ਰੁਪਏ। 6 ਤੋਂ 6.5 ਲੱਖ ਰੁਪਏ ਬੱਚੇ ਦਾ GST ਜਾ ਰਿਹਾ ਹੈ। ਅੱਛਾ ਜੀ। 5500 ਦਾ ਮੈਡੀਕਲ ਹੈ, 15,000 ਦੇ ਆਸ-ਪਾਸ ਪ੍ਰੋਸੈਸਿੰਗ, ਯਾਨੀ 16 ਕੁ ਲੱਖ ਰੁਪਏ ਬੱਚੇ ਦਾ ਬਜਟ ਹੈ। ਹੁਣ ਡਿਪੈਂਡ ਕਰਦਾ ਕੰਸਲਟੈਂਟ, ਕੋਈ ਕੰਸਲਟੈਂਟ 10,000 ਰੁਪਏ ਪ੍ਰੋਸੈਸਿੰਗ ਫੀਸ ਲੈ ਰਿਹਾ, ਕੋਈ ਕੰਸਲਟੈਂਟ 2 ਲੱਖ ਰੁਪਏ ਲੈ ਰਿਹਾ, ਕੋਈ ਕੰਸਲਟੈਂਟ 5 ਲੱਖ ਰੁਪਏ। ਪਰ ਜਿਹੜਾ ਐਕਚੁਅਲ ਕੈਨੇਡਾ ਜਾਣ ਦਾ ਖਰਚਾ ਹੈ ਉਹ 15 ਤੋਂ 16 ਲੱਖ ਰੁਪਏ ਦਾ ਬਜਟ ਹੈ। ਕੈਨੇਡਾ ਹਾਈ ਕਮਿਸ਼ਨ ਦੀ ਆਫੀਸ਼ੀਅਲ ਵੈਬਸਾਈਟ ਉੱਤੇ ਡਾਕਟਰਸ ਦੇ ਫੋਨ ਨੰਬਰ ਦਿੱਤੇ ਹੋਏ, ਤੁਸੀਂ ਫੋਨ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਜਿਹੜੇ ਬਾਇਓਮੈਟ੍ਰਿਕਸ ਦੇ ਅਪਾਇੰਟਮੈਂਟਸ ਹੈ ਉਹ ਤੁਹਾਡੀ ਫਾਈਲ ਲੱਗਣ ਤੋਂ 24 ਘੰਟੇ ਬਾਅਦ ਹੀ ਬਾਇਓਮੈਟ੍ਰਿਕਸ ਤੇ ਅਪਡੇਟ ਹੋ ਰਹੀ, ਕਿਉਂਕਿ ਹੁਣ ਕੈਨੇਡਾ ਹਾਈ ਕਮਿਸ਼ਨ ਆਪਣੇ ਸਾਰੇ ਪ੍ਰੋਸੈਸ ਨੂੰ ਬੜਾ ਫਾਸਟ ਕਰ ਚੁੱਕੀ ਹੈ ਜੀ। ਪਿਛਲੇ ਸਾਲ ਜਦੋਂ ਇਹਨਾਂ ਨੇ ਬੰਦੇ ਜ਼ਿਆਦਾ ਹਾਇਰ ਕੀਤੇ ਸੀ ਕੈਨੇਡੀਅਨ ਗਵਰਨਮੈਂਟ, ਉਸ ਦੇ ਨਾਲ ਪ੍ਰੋਸੈਸਿੰਗ ਟਾਈਮ ਸਾਰਾ ਘਟ ਗਿਆ। ਜੋ ਪਹਿਲਾਂ ਵੀਜ਼ਾ ਸਾਨੂੰ 2-2 2.5 ਮਹੀਨੇ 'ਚ ਮਿਲਦਾ ਸੀ, ਅੱਜ ਉਸ ਨੂੰ ਵੀਜ਼ਾ 12-12 ਦਿਨ 'ਚ ਮਿਲ ਰਿਹਾ। ਤੁਹਾਡਾ ਅਗਰ 2022 ਦੇ ਵਿੱਚ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋਇਆ, ਤੁਹਾਡੇ 6 ਈਚ ਬੈਂਡ ਸੀਗੇ, ਤੁਸੀਂ PT ਦਾ ਐਗਜ਼ਾਮ ਦਿੱਤਾ, ਤੁਹਾਡੇ 54 ਨਾਟ ਲੈਸ ਦੈਨ 50 ਸੀ, ਤੁਹਾਡਾ ਸਰਕਾਰੀ ਕਾਲਜ ਸੀਗਾ, ਤੁਹਾਡਾ ਵੀਜ਼ਾ ਅਪਲਾਈ ਕੀਤਾ, ਕਿਸੇ ਕਾਰਨ ਤੋਂ ਰਿਫਿਊਜ਼ ਹੋ ਗਿਆ, ਤੁਸੀਂ 2022 ਦੀ ਰਿਫਿਊਜ਼ਲ ਨੂੰ 2023 ਵੀਜ਼ੇ ਵਿੱਚ ਕਨਵਰਟ ਕਰ ਸਕਦੇ ਹੋ। ਜਨਵਰੀ ਮੰਥ ਦੇ ਵਿੱਚ ਸਾਡੇ ਕੋਲੋਂ ਇਸ ਤਰ੍ਹਾਂ ਦੇ ਬਹੁਤ ਸਾਰੇ ਬੱਚੇ ਜਿਨ੍ਹਾਂ ਦੀ ਰਿਫਿਊਜ਼ਲਾਂ ਤੋਂ ਵੀਜ਼ੇ 'ਚ ਕਨਵਰਟ ਕੀਤਾ, ਉਹਨਾਂ ਦੇ ਟੈਸਟੀਮੋਨੀਅਲ ਰੋਜ਼ ਸਾਡੇ ਸੋਸ਼ਲ ਮੀਡੀਆ ਤੇ ਪੈ ਰਹੇ ਹਨ, ਰੋਜ਼ ਬੱਚਿਆਂ ਨੂੰ ਅਸੀਂ ਰੂਬਰੂ ਕਰਵਾ ਰਹੇ ਹਾਂ ਤਾਂ ਕਿ ਇਹ ਸਮਝ ਆ ਸਕੇ ਕਿ ਵੀਜ਼ਾ ਕਿਵੇਂ ਲੱਗ ਰਿਹਾ। ਤੁਸੀਂ ਸਾਡੇ ਆਫਿਸ ਦੇ ਵਿੱਚ ਜਾ ਕੇ 15 ਤੋਂ 20 ਮਿੰਟ ਦੀ ਕਾਉਂਸਲਿੰਗ ਲੈ ਕੇ ਇਹ ਡਿਸੀਜਨ ਲੈਣ ਜੋਗੇ ਹੋ ਜਾਓਗੇ ਕਿ ਤੁਹਾਨੂੰ ਕੈਨੇਡਾ ਦਾ ਵੀਜ਼ਾ ਰੀਅਪਲਾਈ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਅਸੀਂ ਉਹਨਾਂ ਕੇਸਾਂ ਨੂੰ ਮੈਮ ਵੀਜ਼ੇ 'ਚ ਕਨਵਰਟ ਕੀਤਾ ਜਿਨ੍ਹਾਂ ਦੀਆਂ ਆਫਰ ਲੈਟਰਾਂ ਪਹਿਲਾਂ ਕਿਸੇ ਹੋਰ ਕੰਸਲਟੈਂਟ ਤੋਂ ਆਈਆਂ, ਅਸੀਂ ਉਸੇ ਆਫਰ ਲੈਟਰ ਦੇ ਉੱਤੇ ਰੀਲਾਂਚ ਕਰਾ ਕੇ ਵੀਜ਼ਾ ਲਿੱਤਾ। ਹਾਲੇ ਕੱਲ੍ਹ ਹੀ ਸਾਡੇ ਕੋਲ ਇੱਕ ਸਟੂਡੈਂਟ ਜਿਹਦੇ 4 ਰਿਫਿਊਜ਼ਲ ਸੀਗੀਆਂ, ਉਹਦਾ ਕਿਸੇ ਯੂਨੀਵਰਸਿਟੀ ਦੇ ਵਿੱਚ ਕੇਸ ਲਗਾਇਆ ਕਿਸੇ ਨੇ, ਉਹ 4 ਵਾਰ ਰਿਫਿਊਜ਼ ਹੋ ਗਿਆ। ਅਸੀਂ ਉਸੇ ਰਿਫਿਊਜ਼ਲ ਲੈਟਰ, ਉਸੇ ਆਫਰ ਲੈਟਰ, ਉਸੇ ਡਾਕੂਮੈਂਟ ਨੂੰ ਰੀਪ੍ਰੈਜ਼ੈਂਟ ਕੀਤਾ ਤੇ ਸਾਨੂੰ ਉਹਨਾਂ ਦਾ 12 ਦਿਨਾਂ ਦੇ ਵਿੱਚ ਵੀਜ਼ਾ ਲੱਗ ਗਿਆ। आजकल बहुत सारे यंगस्टर्स ने, बहुत सारे लोग ने जो फॉरन जाना चाहते हैं, विदेश जाना चाहते हैं, और उन्नी ही गिनती दे विच कंसलटेंट्स भी बैठे ने जिहड़े लोकां नूं गुमराह करके विदेश भेजण दे नाम ते बहुत सारी ठगी करते हैं, हज़ारां दी लखां दी ठगी करते हैं। पर बहुत सारियां अजिहे पैसे ने जिहड़े उन्हां तों बेफजूल लए जांदे ने, SOP दे नाम ते, IRCC दे नाम ते, अते इस तों इलावा बहुत सारे खर्चे इहो जिहे ने, बहुत सारे पैसे जिहड़े बिना मतलब आम लोकां दी जेब ते आ जिहड़ा बोझ पा के लए जांदे ने। किहड़े ਉਹ खर्चे ने, किहड़ी फीस जैनुइन हुंदी है, किस तरीके नाल कंसलटेंट्स ने लोकां नूं गुमराह करदे ने, इन्हां सारे डाउट्स नूं क्लीयर करांगे लुधियाना लाइव दी इस स्पैशल रिपोर्ट विच, जिथे अज साडे नाल स्टूडियो दे विच मौजूद ने विजन ग्रुप तो मिस्टर हनीश उपल जी, जिन्हां नाल सारे सवालां दे जवाब लवांगे। सत श्री अकाल सर। थैंक यू मैम।
ਸਰ ਅਕਸਰ ਹੀ ਬਹੁਤ ਸਾਰੇ ਡਾਊਟਸ ਹੁੰਦੇ ਨੇ ਜਿਹੜੇ ਸਾਡੇ ਕੋਲ ਆਉਂਦੇ ਨੇ, ਅਸੀਂ ਉਹਨਾਂ ਦੇ ਜਵਾਬ ਤੁਹਾਡੇ ਕੋਲ ਲੈਣੇ ਆ। ਅੱਜਕੱਲ ਬਹੁਤ ਖਬਰ ਚੱਲ ਰਹੀ ਹੈ, ਟੀਵੀ ਤੇ ਦੇਖ ਲਈਏ ਕਿ 0% ਹੈ, ਯਾਨੀ ਕਿ 0 ਪ੍ਰੋਸੈਸਿੰਗ ਫੀਸ ਨਾਲ ਵੀਜ਼ੇ ਲਗਵਾਉਣ ਦੀ ਗੱਲ ਕੀਤੀ ਜਾ ਰਹੀ ਹੈ, ਕੰਸਲਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਜਦਕਿ ਐਸਓਪੀ ਆਈਆਰਸੀਸੀ ਦੇ ਨਾਮ ਤੇ ਬਹੁਤ ਪੈਸੇ ਲਏ ਜਾ ਰਹੇ ਨੇ, ਵੱਡੀ ਗਿਣਤੀ ਦੇ ਵਿੱਚ ਕਹਿ ਸਕਦੇ ਹਾਂ ਹਜ਼ਾਰਾਂ ਰੁਪਏ ਲਏ ਜਾ ਰਹੇ ਨੇ। ਬੱਚਿਆਂ ਨੂੰ ਬਹੁਤ ਡਾਊਟ ਹੈ, ਕੈਨੇਡਾ ਜਾ ਕੇ ਆਲਰੇਡੀ ਉਹਨਾਂ ਦੇ ਹੱਥ ਵਿੱਚ ਰਿਫਿਊਜ਼ਲ ਆ ਜਾਂਦੀ ਹੈ, ਜਦੋਂ ਫਿਰ ਬਹੁਤ ਸਾਰੀ ਕਨਫਿਊਜ਼ਨਸ ਹੁੰਦੀ ਹੈ, ਉਸ ਚੱਕਰ 'ਚੋਂ ਪੈਸੇ ਵੀ ਦੇ ਦਿੰਦੇ ਨੇ। ਕੀ ਬੱਚਿਆਂ ਨੂੰ ਕੀ ਧਿਆਨ ਰੱਖਣਾ ਚਾਹੀਦਾ, ਇਹ ਪੈਸੇ ਦੇਣੇ ਚਾਹੀਦੇ ਨੇ ਜਾਂ ਨਹੀਂ? ਦੇਖੋ ਮੈਂ ਬੜਾ ਕਲੀਅਰ ਹੈ, ਜਦੋਂ ਵੀ ਕੈਨੇਡਾ ਦਾ ਵੀਜ਼ਾ ਅਪਲਾਈ ਕਰਦੇ ਆ ਤਾਂ ਤਿੰਨ ਚੀਜ਼ਾਂ ਬੜੀ ਇੰਪੋਰਟੈਂਟ ਹੈ। ਇੱਕ ਤਾਂ ਕਾਲਜ, ਅਸੀਂ ਹਰ ਵਾਰ ਕਹਿ ਰਹੇ ਹਾਂ ਜੀ, ਕੋਰਸ ਜਿਹੜਾ ਉਹਦੇ ਸਟੱਡੀ ਨਾਲ ਰੈਲੇਵੈਂਟ ਹੋਣਾ ਚਾਹੀਦਾ। ਤੀਸਰਾ ਕੰਸਲਟੈਂਟ। ਜੀ, ਹੁਣ ਟੀਵੀ ਤੇ ਜਦੋਂ ਅਸੀਂ ਐਡਵਰਟਾਈਜ਼ਮੈਂਟ ਦੇਖਦੇ ਹਾਂ ਉਹਦੇ 'ਚ ਲਿਖਿਆ ਹੁੰਦਾ ਕਿ ਤੁਹਾਨੂੰ ਜਿਹੜਾ ਹੈ ਕੋਈ ਪ੍ਰੋਸੈਸਿੰਗ ਫੀਸ ਨਹੀਂ ਦਿੱਤੀ ਜਾਏਗੀ। ਜੀ ਬਿਲਕੁਲ। ਬਟ ਜਦੋਂ ਬੱਚਾ ਜਾਂਦਾ, ਸਾਡੇ ਨਾਲ ਵੀ ਕਈ ਬੱਚੇ ਤਾਂ ਸਾਨੂੰ ਮਿਲੇ ਆ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਐਸਓਪੀ ਦੇ ਨਾਮ ਤੇ 50,000 ਰੁਪਏ ਦੇ ਦਿੱਤਾ, ਸਾਨੂੰ ਇਹ ਕਿਹਾ ਗਿਆ ਕਿ ਤੁਹਾਡੀ ਫਾਈਲ ਕੈਨੇਡਾ ਦੇ ਵਕੀਲ ਲਾਏਗਾ, ਉਹਦੇ ਨਾਮ ਤੇ ਲੱਖ ਰੁਪਏ ਲਿੱਤਾ ਗਿਆ। ਬਟ ਜਦੋਂ ਉਸ ਬੱਚੇ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਤਾਂ ਕੰਸਲਟੈਂਟ ਇਹੀ ਗੱਲ ਕਹਿੰਦਾ ਕਿ ਮੈਂ ਤਾਂ ਕੋਈ ਪ੍ਰੋਸੈਸ ਪੈਸੇ ਨਹੀਂ ਲਿੱਤਾ, ਕਿਉਂਕਿ ਮੈਂ ਤਾਂ ਪੈਸਾ ਬਾਹਰ ਦਿੱਤਾ। ਜਦਕਿ ਪ੍ਰੈਕਟੀਕਲ ਗੱਲ ਹੈ ਜਿਹੜੀ ਐਸਓਪੀ ਔਰ ਇਸ ਆਈਆਰਸੀਸੀ ਨਾਮ ਤੇ ਲੋਕ ਪੈਸੇ ਲੈ ਰਹੇ, ਬਹੁਤ ਵੱਡੀ ਠੱਗੀ ਹੈ। ਅੱਛਾ ਜੀ। ਅੱਜ ਕੈਨੇਡਾ ਦਾ ਵੀਜ਼ਾ ਹਰ ਇੱਕ ਬੱਚਾ ਲੈ ਸਕਦਾ ਹੈ ਅਗਰ ਉਹ ਬੱਚਾ ਆਪਣੇ ਕੇਸ ਦੇ ਵਿੱਚ ਆਪ ਐਫਰਟਸ ਲਗਾਵੇ, ਉਹਦਾ ਕੰਸਲਟੈਂਟ ਆਪਣੇ ਕੇਸ 'ਚ ਐਫਰਟਸ ਲਗਾਵੇ। ਕਿਸੇ ਵੀ ਤਰ੍ਹਾਂ ਦੀ ਐਸਓਪੀ ਨਾਮ ਤੇ ਕੋਈ ਪੈਸਾ ਨਹੀਂ ਹੈ। ਓਕੇ। ਐਸਓਪੀ ਕੀ ਸਟੇਟਮੈਂਟ ਆਫ ਪਰਪਸ। ਅੱਛਾ ਜੀ। ਹੁਣ ਐਸਓਪੀ ਦੇ ਵਿੱਚ ਕੀ ਹੁੰਦਾ ਕਿ ਬੱਚੇ ਦੀ ਐਜੂਕੇਸ਼ਨ ਬੈਕਗ੍ਰਾਉਂਡ ਕੀ ਹੈ, ਬੱਚੇ ਦੀ ਫੈਮਿਲੀ ਹਿਸਟਰੀ ਕੀ ਹੈ, ਬੱਚੇ ਨੇ ਉਸ ਕੰਟਰੀ ਵਿੱਚ ਕਿਉਂ ਅਪਲਾਈ ਕਰਨ ਦੀ ਸੋਚ ਰਿਹਾ, ਜਿਸ ਕੰਟਰੀ ਦਾ ਅਪਲਾਈ ਕਰਨ ਜਾ ਰਿਹਾ ਉਸ ਦੇ ਵਿੱਚ ਕਿਹੜਾ ਕੋਰਸ ਕਰ ਰਿਹਾ, ਉਹ ਕੋਰਸ ਦੇ ਬਾਰੇ ਦੱਸੇਗਾ, ਉਹ ਕੋਰਸ ਕਰਨ ਦੇ ਕੀ ਬੈਨੀਫਿਟਸ ਹੈ ਉਹਦੇ ਬਾਰੇ ਦੱਸੇਗਾ। ਇੱਕ ਬੇਸਿਕ ਚੀਜ਼ ਹੈ ਜੋ ਕਿ ਹਰ ਇੱਕ ਬੱਚਾ ਖੁਦ ਬਣਾ ਸਕਦਾ, ਕੰਸਲਟੈਂਟ ਦੀ ਹੈਲਪ ਵੀ ਕਰਦਾ ਹੈ। ਓਕੇ। ਅਗਰ ਸਾਡੇ ਕੋਲ ਬੱਚਾ ਵੀ ਆ ਰਿਹਾ, ਅਸੀਂ ਬੱਚੇ ਦੇ ਨਾਲ ਹੈਲਪ ਕਰਕੇ ਉਹਨੂੰ ਕੰਟੈਂਟ ਪ੍ਰੋਵਾਈਡ ਕਰ ਰਹੇ ਹਾਂ ਤਾਂ ਉਹਦੇ ਚੋਂ ਐਸਓਪੀ ਬਣਾ ਕੇ ਬੱਚਾ ਦੇ ਰਿਹਾ। ਓਕੇ। ਔਰ ਅਸੀਂ ਉਸ ਐਸਓਪੀ ਨੂੰ ਕ੍ਰਾਸ ਚੈੱਕ ਕਰ ਰਹੇ ਹਾਂ। ਜੀ। ਮਾਰਕੀਟ ਦੀ ਪੋਜੀਸ਼ਨ ਤੇ ਹੈ ਕਿ 21 ਐਸਓਪੀ ਦੇ ਫਾਰਮੈਟਸ ਲੋਕਾਂ ਦੇ ਕੋਲ ਬਣੇ ਹੋਏ ਆ, ਉਸੇ ਫਾਰਮੈਟ ਬੱਚੇ ਦਾ ਨਾਮ ਤੇ ਐਡਰੈਸ ਬਦਲ ਦਿੰਦੇ, ਕੋਰਸ ਬਦਲ ਦਿੰਦੇ, ਕਾਲਜ ਬਦਲ ਦਿੰਦੇ, ਵੀਜ਼ਾ ਅਪਲਾਈ ਕਰ ਦਿੰਦੇ। ਜੀ ਜੀ। ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡੇ ਲੈਵਲ ਦੇ ਉੱਤੇ ਇਸ ਚੀਜ਼ ਦਾ ਸਕੈਮ ਚੱਲ ਰਿਹਾ, ਨੋ ਡਾਊਟ। ਇੰਡੀਆ ਦੇ ਵਿੱਚ ਬਹੁਤ ਸਾਰੇ ਕੰਟਰੀਜ਼ ਇਦਾਂ ਦੇ ਪੈਸੇ ਲੋਕਾਂ ਤੋਂ ਚਾਰਜ ਕਰ ਰਹੇ ਆ। ਜੀ ਜੀ। ਬਟ ਬੱਚਿਆਂ ਨੂੰ ਇਹ ਚਾਹੀਦਾ ਕਿ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨ। ਬਿਲਕੁਲ। ਤੁਸੀਂ ਬਾਹਰ ਜਾਣਾ ਹੈ, ਤੁਹਾਡੇ ਐਫਰਟਸ ਬਹੁਤ ਜ਼ਰੂਰੀ ਹੈ, ਤੁਹਾਡੇ ਪੇਰੈਂਟਸ ਦੇ ਐਫਰਟ ਬਹੁਤ ਜ਼ਰੂਰੀ ਹੈ, ਕਿਉਂਕਿ ਅਲਟੀਮੇਟ ਪੈਸਾ ਤੁਹਾਡਾ ਹੈ। ਤੁਸੀਂ ਸਹੀ ਜਗ੍ਹਾ ਸਹੀ ਤਰੀਕੇ ਨਾਲ ਇਨਵੈਸਟ ਕਰੋ, ਸਹੀ ਕਾਲਜ ਦੇ ਵਿੱਚ ਅਪਲਾਈ ਕਰੋ, ਸਹੀ ਕੋਰਸ ਦੇ ਵਿੱਚ ਅਪਲਾਈ ਕਰੋ ਤਾਂ ਕਿ ਤੁਸੀਂ ਆਪਣਾ ਵੀਜ਼ਾ ਬਹੁਤ ਈਜ਼ੀਲੀ ਹਾਸਲ ਕਰ ਸਕਦੇ ਹੋ। ਸਰ ਅਕਸਰ ਇਹ ਵੀ ਦੇਖਿਆ ਜਾਂਦਾ ਹੈ ਜਿਹੜੇ ਕੰਸਲਟੈਂਟਸ ਨੇ ਉਹਨਾਂ ਤੋਂ ਹੀ ਪੈਸੇ ਜ਼ਿਆਦਾ ਠੱਗਦੇ ਨੇ ਜਿਨ੍ਹਾਂ ਦੇ ਵੀਜ਼ਾ ਰਿਫਿਊਜ਼ ਹੋਈ ਹੋਣ ਕੇਸਿਸ। ਇੱਕ ਤਾਂ ਬੱਚੇ ਪਹਿਲਾਂ ਹੀ ਡਰੇ ਹੁੰਦੇ ਨੇ ਕਿ ਉਹਨਾਂ ਦਾ ਕੇਸ ਰਿਫਿਊਜ਼ ਹੋ ਚੁੱਕਾ ਹੈ, ਕਿਤੇ ਜਿਹੜੀ ਫੀਸ ਉਹ ਕਹਿੰਦੇ ਨੇ ਜਿਹੜਾ ਚਾਰਜ ਕਰਦੇ ਨੇ ਉਹ ਈਜ਼ੀਲੀ ਦੇ ਦਿੰਦੇ ਨੇ। ਦੇਖੋ ਇੱਕ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਜਾਂਦਾ ਬੱਚੇ ਦੇ ਮਨ ਦੇ ਵਿੱਚ। ਜਦੋਂ ਕਿਸੇ ਦਾ ਵੀਜ਼ਾ ਰਿਫਿਊਜ਼ ਹੁੰਦਾ ਉਹਨੂੰ ਇਹ ਕਿਹਾ ਜਾਂਦਾ ਕਿ ਤੇਰਾ ਜਿਹੜਾ ਪਹਿਲਾ ਕੰਸਲਟੈਂਟ ਤੇਰੀ ਫਾਈਲ ਕੁਝ ਵੀ ਨਹੀਂ ਲਗਾਇਆ, ਬਿਲਕੁਲ। ਔਰ ਉਹਨੂੰ ਇਹ ਲੱਗਦਾ ਹੈ ਕਿ ਵਾਕਈ ਉਹਦੀ ਗੱਲਾਂ ਦੇ ਵਿੱਚ ਕਿ ਬਿਲਕੁਲ ਸੱਚ ਹੈ। ਬਟ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਤੁਸੀਂ ਕੰਸਲਟੈਂਟ ਕੋਲ ਜਾਂਦੇ ਹੋ ਤਾਂ ਇਹ ਸੋਚੋ ਕਿ ਉਸਦੀ ਆਪਣੀ ਪ੍ਰੋਸੈਸਿੰਗ ਫੀਸ ਕਿੰਨੀ ਹੈ, ਉਹਦੀ ਆਪਣੀ ਪ੍ਰੋਸੈਸਿੰਗ ਫੀਸ ਕਿੰਨੀ ਹੈ, ਹੋਰ ਕਿਸ ਚੀਜ਼ ਦੇ ਖਰਚੇ ਤੁਹਾਡੇ ਕੋਲ ਲੈ ਰਿਹਾ। ਬਿਲਕੁਲ। ਅਗਰ ਆਪਣੀ ਪ੍ਰੋਸੈਸਿੰਗ ਫੀਸ 0 ਲੈ ਰਿਹਾ ਤਾਂ ਉਸ ਤੋਂ ਇਲਾਵਾ ਲੱਖ 2 ਲੱਖ ਰੁਪਏ ਉਦਾਂ ਚਾਰਜ ਕਰ ਲੈਂਦਾ। ਤਾਂ ਬੱਚਿਆਂ ਨੂੰ ਇਹ ਚਾਹੀਦਾ ਕਿ ਜਦੋਂ ਤੁਸੀਂ ਰਿਫਿਊਜ਼ਲ ਕੇਸਿਸ ਖਾਦੇ, ਕੋਈ ਇੱਕ ਡਰ ਦਾ ਮਾਹੌਲ ਤਾਂ ਰਿਫਿਊਜ਼ਲ ਨੂੰ ਹੀ ਹੈ। ਰਿਫਿਊਜ਼ਲ ਹੀ ਹੈ, ਬਿਲਕੁਲ। ਉਹਨੂੰ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਬੱਚਾ ਅਗਰ ਵੀਜ਼ਾ ਰਿਫਿਊਜ਼ ਹੋ ਗਿਆ, ਆਪਣੀ ਰਿਫਿਊਜ਼ਲ ਲੈਟਰ, ਆਪਣੇ ਡਾਕੂਮੈਂਟ ਲੈ ਕੇ 2 4 5 ਕੰਸਲਟੈਂਟ ਦਫ਼ਤਰ ਜਾਵੇ, ਜੀ, ਆਪਣੇ ਕੇਸ ਨੂੰ ਕੰਸਲਟ ਕਰੇ, ਪੁੱਛੇ ਕਿ ਮੇਰਾ ਵੀਜ਼ਾ ਰਿਫਿਊਜ਼ ਹੋਣ ਦਾ ਕੀ ਕਾਰਨ ਸੀ, ਔਰ ਆਪਣੀ ਰਿਫਿਊਜ਼ਲ ਦੇ ਆਨਸਰ ਨੂੰ ਖੁਦ ਲੱਭੇ। ਅਗਰ ਬੱਚੇ ਨੇ ਉਸ ਦਾ ਆਨਸਰ ਲੱਭ ਲਿਆ ਕਿ ਮੇਰਾ ਐਕਚੁਅਲ ਵੀਜ਼ਾ ਕਿਉਂ ਰਿਫਿਊਜ਼ ਹੋਇਆ, ਤਾਂ ਜਦੋਂ ਆਪਣੇ ਅਗਲੀ ਵਾਰੀ ਆਪਣੀ ਕੇਸ ਨੂੰ ਅਪਲਾਈ ਕਰੇਗਾ ਉਹਦਾ ਵੀਜ਼ਾ ਜਿਹੜਾ ਰਿਫਿਊਜ਼ਲ ਹੈ ਵੀਜ਼ੇ 'ਚ ਕਨਵਰਟ ਹੋ ਜਾਂਦੀ ਹੈ। ਸਾਡਾ ਵੀ ਇਹੀ ਸਿਸਟਮ ਹੈ। ਅਸੀਂ ਜਦੋਂ ਵੀ ਕਿਸੇ ਬੱਚੇ ਦਾ ਵੀਜ਼ਾ ਰਿਫਿਊਜ਼ ਹੁੰਦਾ, ਅਸੀਂ ਉਹਦੀ ਰਿਫਿਊਜ਼ਲ ਲੈਟਰ ਨੂੰ ਦੇਖਦੇ ਹਾਂ, ਉਹਦੇ ਡਾਕੂਮੈਂਟਸ ਦੇਖਦੇ ਹਾਂ, ਉਹਦੇ ਕੇਸ ਦੀ ਕਮੀ ਲੱਭਦੇ ਹਾਂ ਔਰ ਉਸ ਕਮੀ ਦਾ ਸੋਲੂਸ਼ਨ ਕੱਢਦੇ ਹਾਂ। ਅਗਰ ਸਾਨੂੰ ਵੀ ਕੋਈ ਕਮੀ ਨਾ ਲੱਭੇ ਤਾਂ ਅਸੀਂ ਉਹਦੇ ਕੇਪਸ ਨੋਟ ਅਪਲਾਈ ਕਰ ਲੈਂਦੇ ਹਾਂ। ਬਹੁਤ ਸਾਰੇ ਬੱਚਿਆਂ ਦੇ ਮਨ ਦੇ ਵਿੱਚ ਡਾਊਟ ਹੁੰਦਾ ਯਾਰ ਕਿ ਕੇਪਸ ਨੋਟ 1000 ਰੁਪਏ, 800 ਰੁਪਏ, 900 ਰੁਪਏ ਕੇਪਸ ਨੋਟ ਦਾ ਖਰਚਾ ਹੈ। ਤੁਸੀਂ ਕੇਪਸ, ਤੁਹਾਨੂੰ ਲੱਗਦਾ ਕਿ ਤੁਹਾਨੂੰ ਸਹੀ ਰਾਹ ਨਹੀਂ ਪੈ ਰਿਹਾ, ਤੁਸੀਂ ਕੇਪਸ ਨੋਟ ਅਪਲਾਈ ਕਰ ਲਓ, ਕੇਪਸ ਨੋਟ ਦਾ ਰਿਜ਼ਲਟ ਲੈ ਲਓ, ਉਸ ਤੋਂ ਬਾਅਦ ਆਪਣੇ ਕੇਸ ਨੂੰ ਰੀਲਾਂਚ ਕਰ ਦਿਓ। ਬਟ ਤੁਸੀਂ ਇਹ ਸੋਚੋ ਯਾਰ ਕਿ ਤੁਹਾਡੀ ਐਸਓਪੀ ਅਗਰ ਦੇ 50,000 ਦੇ ਕੇ ਵੀਜ਼ਾ ਮਿਲਦਾ ਹੈ ਜਾਂ ਤੁਹਾਡੀ ਫਾਈਲ ਕੈਨੇਡਾ ਤੋਂ ਲੱਗੇਗੀ ਲੱਖ ਰੁਪਏ ਦੇਣ ਤੇ ਵੀਜ਼ਾ ਮਿਲਦਾ ਹੈ, ਤਾਂ ਸਾਰੀ ਦੁਨੀਆ ਉਸ ਤੱਕ, ਪੰਜਾਬ ਦੇ ਵਿੱਚ ਹਰ ਬੰਦਾ ਚਾਹੁੰਦਾ ਕਿ ਮੇਰਾ ਵੀਜ਼ਾ ਲੱਗ ਜਾਏ। ਬਟ ਐਕਚੁਅਲ ਵੀਜ਼ਾ ਇਹਨਾਂ ਚੀਜ਼ਾਂ ਤੇ ਆਧਾਰ ਤੇ ਲੱਗਦਾ। ਨੋ ਡਾਊਟ ਐਸਓਪੀ ਬਹੁਤ ਵੱਡਾ ਪਾਰਟ ਹੈ, ਬਟ ਉਹ ਐਸਓਪੀ ਦੇ ਵੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਐਫਰਟਸ ਹੈ। ਅਗਰ ਆਪਾਂ ਹਰ ਚੀਜ਼ ਖਰੀਦ ਲਈਏ ਤਾਂ ਪ੍ਰੈਕਟੀਕਲੀ ਸਾਡਾ ਕਾਮਯਾਬੀ ਨਹੀਂ ਮਿਲੇਗੀ। ਸਾਨੂੰ ਐਫਰਟਸ ਲਗਾਉਣੇ ਬਹੁਤ ਜ਼ਰੂਰੀ ਹੈ, ਔਰ ਐਫਰਟਸ ਅਗਰ ਲਾਵਾਂਗੇ ਤੁਸੀਂ ਬਹੁਤ ਈਜ਼ੀਲੀ ਆਪਣੀ ਰਿਫਿਊਜ਼ਲ ਨੂੰ ਵੀਜ਼ੇ 'ਚ ਕਨਵਰਟ ਕਰ ਸਕਦੇ ਹੋ। ਸਰ ਗੱਲ ਕਰਦੇ ਹਾਂ ਜੈਨੂਇਨ ਖਰਚਿਆਂ ਦੀ। ਕਿਹੜੇ ਖਰਚੇ ਆ ਜਿਹੜੇ ਜੈਨੂਇਨ ਹੁੰਦੇ ਨੇ ਅਤੇ ਕਿਹੜੇ ਨੇ ਜਿਹੜੇ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਲਏ ਜਾਂਦੇ ਨੇ? ਦੇਖੋ ਬੜਾ ਕਲੀਅਰ ਹੈ, ਕੈਨੇਡਾ ਵਿੱਚ ਜਿੰਨੇ ਵੀ ਸਰਕਾਰੀ ਕਾਲਜਿਸ ਹੈ, ਕੁਝ ਕਾਲਜਿਸ ਇਸ ਤਰ੍ਹਾਂ ਜਿਨ੍ਹਾਂ ਦੀ ਆਫਰ ਲੈਟਰ ਤੇ ਪੈਸੇ ਵੀ ਨਹੀਂ ਹੈਗੇ। ਬਹੁਤ ਸਾਰੇ ਕਾਲਜਿਸ ਕੰਸਲਟੈਂਟ ਨੂੰ ਐਪਲੀਕੇਸ਼ਨ ਫੀਸ ਵੇਵਰ ਦੇ ਰਹੇ ਹਨ। ਸਾਡੇ ਕੋਲ ਬਹੁਤ ਸਾਰੇ ਕੈਨੇਡਾ ਦੇ ਕਾਲਜ ਹੈ ਜਿਨ੍ਹਾਂ ਦੀ ਐਪਲੀਕੇਸ਼ਨ ਫੀਸ ਵੇਵਰ ਹੈ।
ਕੁਝ ਕਾਲਜਿਸ ਹੈ ਜਿਨ੍ਹਾਂ ਦੀ ਐਪਲੀਕੇਸ਼ਨ ਫੀਸ $50-100 ਹੈ, $150 ਹੈ, ਯਾਨੀ ਵੱਧ ਤੋਂ ਵੱਧ ਐਪਲੀਕੇਸ਼ਨ ਫੀਸ 8 ਤੋਂ 9,000 ਰੁਪਇਆ ਕਾਲਜ ਦੀ ਆਫਰ ਲੈਟਰ ਤੇ ਫੀਸ ਹੈ। ਓਕੇ ਜੀ। ਔਰ ਜਦੋਂ ਵੀ ਕੋਈ ਕਾਲਜ ਬੱਚੇ ਦੀ ਆਫਰ ਲੈਟਰ ਦੇ ਪੈਸੇ ਚਾਰਜ ਕਰਦਾ ਤਾਂ ਕਾਲਜ ਬਕਾਇਦਾ ਬੱਚੇ ਨੂੰ ਜਾਂ ਉਸਦੇ ਕਲਸਰ ਨੂੰ ਰਿਸਿਪਟ ਦਿੰਦਾ ਹੈ। ਤੁਸੀਂ ਅਗਰ ਤੁਸੀਂ ਪੈਸੇ ਦੇ ਰਹੇ ਹੋ ਤੁਸੀਂ ਰਿਸਿਪਟ ਮੰਗਣ ਦੇ ਹੱਕਦਾਰ ਹੋ ਜੀ। ਉਸ ਤੋਂ ਬਾਅਦ ਜਿਹੜੀ ਖਰਚੇ ਹੈ ਬੱਚੇ ਦੀ ਉਹ ਟਿਊਸ਼ਨ ਫੀਸ ਹੈ, $12,000 ਤੋਂ $15,000 ਬੱਚੇ ਦੀ ਟਿਊਸ਼ਨ ਫੀਸ ਜਾ ਰਹੀ ਹੈ, ਅਪਰੋਕਸੀਮੇਟਲੀ 9 ਤੋਂ 10 ਲੱਖ ਰੁਪਏ, 6 ਤੋਂ 6.5 ਲੱਖ ਰੁਪਏ ਬੱਚੇ ਦਾ GST ਜਾ ਰਿਹਾ ਹੈ। ਅੱਛਾ ਜੀ। 5500 ਦਾ ਮੈਡੀਕਲ ਹੈ, 15,000 ਦੇ ਆਸ ਪ੍ਰੋਸੈਸਿੰਗ ਫੀਸ, ਯਾਨੀ 16 ਕੁ ਲੱਖ ਰੁਪਏ ਦਾ ਬੱਚੇ ਦਾ ਬਜਟ ਹੈ। ਹੁਣ ਡਿਪੈਂਡ ਕਰਦਾ ਕਲਸਨ, ਕੋਈ ਕਲਸਨ 10,000 ਰੁਪਏ ਪ੍ਰੋਸੈਸਿੰਗ ਫੀਸ ਲੈ ਰਿਹਾ, ਕੋਈ ਕਲਸਨ 2 ਲੱਖ ਰੁਪਏ ਲੈ ਰਿਹਾ, ਕੋਈ ਕਲਸਨ 5 ਲੱਖ ਰੁਪਏ ਲੈ ਰਿਹਾ, ਪਰ ਜਿਹੜਾ ਐਕਚੁਅਲ ਕੈਨੇਡਾ ਜਾਣ ਦਾ ਖਰਚਾ ਹੈ ਉਹ 15 ਤੋਂ 16 ਲੱਖ ਰੁਪਏ ਦਾ ਬਜਟ ਹੈ। ਓਕੇ। ਬਹੁਤ ਸਾਰੇ ਕਲਸਨ ਇਹ ਵੀ ਕਹਿ ਰਹੇ ਹਨ ਕਿ ਹਾਂ ਵੀ ਬੱਚਿਆਂ ਨੂੰ ਇਹ ਕਹਿੰਦੇ ਕਿ ਤੁਹਾਡਾ ਮੈਡੀਕਲ ਜਲਦੀ ਬੁੱਕ ਕਰਾ ਦਿੰਨੇ ਆ ਜਾਂ ਤੁਹਾਡੀ ਅਪਾਇੰਟਮੈਂਟ ਜਲਦੀ ਬੁੱਕ ਕਰਵਾ ਦੇਣਾ, ਉਹਦੇ ਨਾਮ ਤੇ ਇਦਾਂ ਦਾ ਕੁਝ ਵੀ ਨਹੀਂ ਹੈ, ਸਭ ਕੁਝ ਆਨਲਾਈਨ ਹੈ। ਕੈਨੇਡਾ ਹਾਈ ਕਮਿਸ਼ਨ ਦੀ ਆਫੀਸ਼ੀਅਲ ਵੈਬਸਾਈਟ ਤੇ ਡਾਕਟਰਸ ਦੇ ਫੋਨ ਨੰਬਰਸ ਦਿੱਤੇ ਹੋਏ, ਤੁਸੀਂ ਫੋਨ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਓਕੇ। ਜਿਹੜੇ ਬਾਇਓਮੈਟ੍ਰਿਕਸ ਦੇ ਅਪਾਇੰਟਮੈਂਟਸ ਹੈ ਉਹ ਤੁਹਾਡੀ ਫਾਈਲ ਲੱਗਣ ਤੋਂ 24 ਘੰਟੇ ਬਾਅਦ ਹੀ ਬਾਇਓਮੈਟ੍ਰਿਕਸ ਤੇ ਅਪਡੇਟ ਹੋ ਰਹੀ ਹੈ, ਕਿਉਂਕਿ ਹੁਣ ਕੈਨੇਡਾ ਹਾਈ ਕਮਿਸ਼ਨ ਆਪਣੇ ਸਾਰੇ ਪ੍ਰੋਸੈਸ ਨੂੰ ਬੜਾ ਫਾਸਟ ਕਰ ਚੁੱਕੀ ਹੈ ਜੀ। ਪਿਛਲੇ ਸਾਲ ਜਦੋਂ ਇਹਨਾਂ ਨੇ ਬੰਦੇ ਜ਼ਿਆਦਾ ਹਾਇਰ ਕੀਤੇ ਸੀ ਕੈਨੇਡੀਅਨ ਗਵਰਨਮੈਂਟ, ਉਸ ਦੇ ਨਾਲ ਪ੍ਰੋਸੈਸਿੰਗ ਟਾਈਮ ਸਾਰਾ ਘਟ ਗਿਆ। ਓਕੇ। ਜੋ ਪਹਿਲਾਂ ਵੀਜ਼ਾ ਸਾਨੂੰ 2-2 2.5 ਮਹੀਨੇ ਚ ਮਿਲਦਾ ਸੀ, ਅੱਜ ਉਸ ਨੂੰ ਵੀਜ਼ਾ 12-12 ਦਿਨ ਚ ਮਿਲ ਰਿਹਾ। ਅੱਛਾ। ਜੋ ਬਾਇਓਮੈਟ੍ਰਿਕ ਸਾਡੇ 25 ਦਿਨ ਬਾਅਦ ਹੋ ਰਹੀ ਸੀ, ਅੱਜ ਉਹ ਬਾਇਓਮੈਟ੍ਰਿਕ ਸਾਡੇ 5-5 ਦਿਨ ਬਾਅਦ ਹੋ ਰਹੀ ਹੈ। ਸਰ ਇੱਕ ਚੀਜ਼ ਦੇ ਉੱਤੇ ਆ ਕੇ ਥੋੜਾ ਟਾਈਮ ਦਾ ਡਿਲੇ ਹੋ ਰਿਹਾ, ਪਾਸਪੋਰਟ ਪਿਕਅਪ ਐਂਡ ਰਿਸੀਵ ਜਿਹੜੇ ਸਾਨੂੰ ਹੋ ਰਹੇ ਆ। ਓਕੇ। ਬਹੁਤ ਸਾਰੇ ਬੱਚਿਆਂ ਨੂੰ ਦਿੱਕਤ ਆ ਰਹੀ ਹੋਣੀ ਕਿ ਪਾਸਪੋਰਟ ਜਦੋਂ ਵੀਜ਼ਾ ਲੱਗਣ ਤੋਂ ਐਮਬੈਸੀ ਦੇ ਵਿੱਚ ਜਾ ਰਿਹਾ, ਉਹਨੂੰ ਜਿਹੜਾ ਸਟੈਂਪਿੰਗ ਲੱਗ ਕੇ ਆਉਣ ਨੂੰ ਟਾਈਮ ਲੱਗ ਰਿਹਾ, ਉਹ ਨੋ ਡਾਊਟ ਉਹ 20-25 ਦਿਨ ਦਾ ਪ੍ਰੋਸੈਸ ਹੈਗਾ। ਔਰ ਸਾਨੂੰ ਇਹੀ ਲੱਗ ਰਿਹਾ ਕਿ ਇਹ ਵੀ ਟਾਈਮ ਜਿਹੜਾ ਆਉਣ ਵਾਲਾ ਟਾਈਮ ਬਹੁਤ ਜ਼ਿਆਦਾ ਘਟ ਜਾਏਗਾ, ਬਿਕੋਜ਼ ਫਾਈਲਾਂ ਦਾ ਜਿਹੜਾ ਪ੍ਰੈਸ਼ਰ ਹੈ ਉਹ ਐਮਬੈਸੀ ਕਾਫੀ ਜ਼ਿਆਦਾ ਘਟ ਚੁੱਕਾ ਹੈ। ਜੀ ਜੀ ਸਰ, ਜਿਵੇਂ ਹੁਣ 2022 ਚ ਬਹੁਤ ਸਾਰੇ ਕੇਸਿਸ ਰਿਫਿਊਜ਼ ਹੋ ਗਏ ਨੇ, ਉਹਨਾਂ ਨੂੰ 2023 ਦੇ ਵਿੱਚ ਤੁਸੀਂ ਕਨਵਰਟ ਕਿਵੇਂ ਕਰ ਰਹੇ ਹੋ? ਦੇਖੋ, ਸਾਡਾ ਬੜਾ ਇੱਕ ਹੀ ਮੋਟਿਵ ਹੈ, ਖਾਸ ਕਰ ਉਹਨਾਂ ਰਿਫਿਊਜ਼ਲ ਕੇਸਿਸ ਨੂੰ ਜਿਨ੍ਹਾਂ ਦੇ ਵੀਜ਼ੇ ਰੀਸੈਂਟਲੀ 2022 ਦੇ ਵਿੱਚ ਕੈਨੇਡਾ ਦੇ ਰਿਫਿਊਜ਼ਡ ਹੋਏ ਆ। ਸਾਡਾ ਬੜਾ ਕਲੀਅਰ ਹੈ, ਤੁਹਾਡਾ ਅਗਰ 2022 ਦੇ ਵਿੱਚ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋਇਆ, ਤੁਹਾਡੇ 6 ਈਚ ਬੈਂਡ ਸੀਗੇ, ਤੁਸੀਂ ਪੀਟੀ ਦਾ ਐਗਜ਼ਾਮ ਦਿੱਤਾ, ਤੁਹਾਡੇ 54 ਨਾਟ ਲੈਸ ਦੈਨ 50 ਸੀ, ਤੁਹਾਡਾ ਸਰਕਾਰੀ ਕਾਲਜ ਸੀਗਾ, ਤੁਹਾਡਾ ਵੀਜ਼ਾ ਅਪਲਾਈ ਕੀਤਾ, ਕਿਸੇ ਕਾਰਨ ਤੋਂ ਰਿਫਿਊਜ਼ ਹੋ ਗਿਆ, ਤੁਸੀਂ 2022 ਦੀ ਰਿਫਿਊਜ਼ਲ ਨੂੰ 2023 ਵੀ ਵੀਜ਼ੇ ਵਿੱਚ ਕਨਵਰਟ ਕਰ ਸਕਦੇ ਹੋ। ਜਨਵਰੀ ਮੰਥ ਦੇ ਵਿੱਚ ਸਾਡੇ ਕੋਲੋਂ ਇਸ ਤਰ੍ਹਾਂ ਦੇ ਬਹੁਤ ਸਾਰੇ ਬੱਚੇ ਜਿਨ੍ਹਾਂ ਦੀ ਰਿਫਿਊਜ਼ਲਾਂ ਤੋਂ ਵੀਜ਼ੇ 'ਚ ਕਨਵਰਟ ਕੀਤਾ, ਉਹਨਾਂ ਦੇ ਟੈਸਟੀਮੋਨੀਅਲ ਰੋਜ਼ ਸਾਡੇ ਸੋਸ਼ਲ ਮੀਡੀਆ ਤੇ ਪੈ ਰਹੇ ਆ, ਰੋਜ਼ ਬੱਚਿਆਂ ਨੂੰ ਅਸੀਂ ਰੂਬਰੂ ਕਰਵਾ ਰਹੇ ਹਾਂ ਤਾਂ ਕਿ ਇਹ ਸਮਝ ਆ ਸਕੇ ਕਿ ਵੀਜ਼ਾ ਕਿਵੇਂ ਲੱਗ ਰਿਹਾ। ਤੁਸੀਂ ਸਾਡੇ ਆਫਿਸ ਦੇ ਵਿੱਚ ਜਾ ਕੇ 15 ਤੋਂ 20 ਮਿੰਟ ਦੀ ਕਾਉਂਸਲਿੰਗ ਲੈ ਕੇ ਇਹ ਡਿਸੀਜਨ ਲੈਣ ਜੋਗੇ ਹੋ ਜਾਓਗੇ ਕਿ ਤੁਹਾਨੂੰ ਕੈਨੇਡਾ ਦਾ ਵੀਜ਼ਾ ਰੀਅਪਲਾਈ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਅਸੀਂ ਉਹਨਾਂ ਕੇਸਾਂ ਨੂੰ ਮੈਮ ਵੀਜ਼ੇ 'ਚ ਕਨਵਰਟ ਕੀਤਾ ਜਿਨ੍ਹਾਂ ਦੀਆਂ ਆਫਰ ਲੈਟਰਾਂ ਪਹਿਲਾਂ ਕਿਸੇ ਹੋਰ ਕੰਸਲਟੈਂਟ ਤੋਂ ਆਈਆਂ, ਅਸੀਂ ਉਸੇ ਆਫਰ ਲੈਟਰ ਦੇ ਉੱਤੇ ਰੀਲਾਂਚ ਕਰਾ ਕੇ ਵੀਜ਼ਾ ਲਿੱਤਾ। ਹਾਲੇ ਕੱਲ ਹੀ ਸਾਡੇ ਕੋਲ ਇੱਕ ਸਟੂਡੈਂਟ ਜਿਹਦੇ 4 ਰਿਫਿਊਜ਼ਲ ਸੀਗੀਆਂ, ਉਹਦਾ ਕਿਸੇ ਯੂਨੀਵਰਸਿਟੀ ਦੇ ਵਿੱਚ ਕੇਸ ਲਗਾਇਆ ਕਿਸੇ ਨੇ, ਉਹ 4 ਵਾਰ ਰਿਫਿਊਜ਼ ਹੋ ਗਿਆ। ਅਸੀਂ ਉਸੇ ਰਿਫਿਊਜ਼ਲ ਲੈਟਰ, ਉਸੇ ਆਫਰ ਲੈਟਰ, ਉਸੇ ਡਾਕੂਮੈਂਟ ਨੂੰ ਰੀਪ੍ਰੈਜ਼ੈਂਟ ਕੀਤਾ ਤੇ ਸਾਨੂੰ ਉਹਨਾਂ ਦਾ 12 ਦਿਨਾਂ ਦੇ ਵਿੱਚ ਵੀਜ਼ਾ ਲੱਗ ਕੇ ਆ ਗਿਆ। ਓਕੇ ਸਰ, ਬਹੁਤ ਸਾਰੇ ਲੋਕ ਨੇ ਜਿਹੜੇ ਗੁੰਮਰਾਹ ਕਰਦੇ ਨੇ ਯੰਗਸਟਰਸ ਨੂੰ, ਕਿਉਂਕਿ ਵਿਦੇਸ਼ ਅੱਜਕੱਲ ਹਰ ਕੋਈ ਜਾਣਾ ਚਾਹੁੰਦਾ, ਉਹਨਾਂ ਤੋਂ ਬਚਣ ਲਈ ਯੰਗਸਟਰਸ ਨੂੰ ਕੀ ਐਡਵਾਈਸ ਦੇਣਾ ਚਾਹੋਗੇ? ਦੇਖੋ, ਸਿੰਪਲ ਜਿਹੀ ਐਡਵਾਈਸ ਹੈ, ਫੋਲੋ ਕਰੋ ਕੈਨੇਡੀਅਨ ਹਾਈ ਕਮਿਸ਼ਨ ਦੀ ਆਫੀਸ਼ੀਅਲ ਵੈਬਸਾਈਟ ਨੂੰ। ਓਕੇ। ਫੋਲੋ ਕਰੋ ਉਹਨਾਂ ਕੰਸਲਟੈਂਟਸ ਨੂੰ ਜਿਹੜੇ ਤੁਹਾਡੇ ਵਰਗੇ ਪ੍ਰੋਫਾਈਲਾਂ ਦੇ ਰਿਜ਼ਲਟਸ ਕੱਢ ਰਹੇ ਹਨ। ਕੋਈ ਕਿਸੇ ਦੀ ਕੈਨੇਡਾ ਹਾਈ ਕਮਿਸ਼ਨ ਦੇ ਵਿੱਚ ਸੈਟਿੰਗ ਨਾਮ ਦਾ ਵਰਡ ਨਹੀਂ ਹੈ। ਕੋਈ ਬੰਦਾ ਸਿਰਫ ਐਫਰਟਸ ਦੇ ਨਾਲ ਹੀ ਵੀਜ਼ੇ ਨੂੰ ਕਨਵਰਟ ਕਰ ਸਕਦਾ ਹੈ ਜੀ। ਅਗਰ ਤੁਸੀਂ ਆਪਣੇ ਕੇਸ ਦੇ ਵਿੱਚ ਐਫਰਟਸ ਲਗਾਓਗੇ, ਤੁਸੀਂ ਕਾਲਜ ਔਰ ਕੋਰਸ, ਇਹ ਦੋ ਚੀਜ਼ਾਂ ਅਗਰ ਸਹੀ ਲੱਭ ਲੀਆਂ, ਤੁਹਾਡਾ ਵੀਜ਼ਾ ਕਦੀ ਵੀ ਰਿਫਿਊਜ਼ ਨਹੀਂ ਹੋਏਗਾ, ਤੁਸੀਂ ਬਹੁਤ ਈਜ਼ੀਲੀ ਵੀਜ਼ਾ ਹਾਸਲ ਕਰ ਸਕਦੇ ਹੋ। ਬਟ ਅਗਰ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਦਾ ਸਿੱਧਾ ਰਿਸਪੌਂਸਿਬਿਲਟੀ ਕੰਸਲਟੈਂਟ ਤੇ ਛੱਡ ਦੋਗੇ ਤਾਂ ਕੰਸਲਟੈਂਟ ਤੁਹਾਨੂੰ ਕੀ ਕਰੇਗਾ, ਉਹੀ ਕਾਲਜ ਦੇਗਾ, ਉਹੀ ਕੋਰਸ ਦੇਗਾ ਜੋ ਉਹਦੇ ਕੋਲ ਹੈ। ਯਾਨੀ ਉਹ ਤੁਹਾਡੀ ਪ੍ਰੋਫਾਈਲ ਨੂੰ ਮੈਚ ਨਹੀਂ ਕਰੇਗਾ। ਉਹਨੇ ਦੇਖਣਾ ਕਿ ਮੇਰੇ ਕੋਲ ਕਿਹੜਾ ਕਾਲਜ ਪਿਆ ਖਾਲੀ, ਉਹਦੇ ਵਿੱਚ ਕਿਹੜਾ ਕੋਰਸ ਖਾਲੀ ਪਿਆ, ਉਹਦੀ ਰੈਲੇਵੈਂਸੀ ਉੱਤੇ ਉਹਦਾ ਵੀਜ਼ਾ ਆਣਾ ਹੈ ਨਹੀਂ ਆਣਾ, ਕਿਉਂਕਿ ਉਹਨੇ ਜਿਹੜੇ ਆਪਣੇ ਪ੍ਰੋਸੈਸਿੰਗ ਫੀਸ ਸ਼ੁਰੂ ਹੀ ਚਾਰਜ ਕਰ ਲਈ ਜੀ। ਉਹਦਾ ਕੋਈ ਇੰਟਰਸਟ ਨਹੀਂ ਹੈ ਤੁਹਾਡਾ ਵੀਜ਼ਾ ਆਉਂਦਾ ਕਿ ਨਹੀਂ ਆਉਂਦਾ। ਉਹਨਾਂ ਦਾ ਟਾਰਗੇਟ ਕੀ ਹੁੰਦਾ ਇਹਨਾਂ ਕੰਸਲਟੈਂਟਸ ਦਾ ਕਿ ਮੈਕਸਿਮਮ ਫਾਈਲਾਂ ਐਮਬੈਸੀ ਦੇ ਵਿੱਚ ਲਗਾਈਆਂ ਜਾਣ, ਉਹਨਾਂ ਵਿੱਚੋਂ ਚੰਦ ਰਿਜ਼ਲਟ ਲਿੱਤੇ ਜਾਣ, ਲੋਕਾਂ ਨੂੰ ਦਿਖਾ ਕੇ ਫਿਰ ਦੁਬਾਰਾ ਮੈਕਸਿਮਮ ਫਾਈਲਾਂ ਲਿੱਤੇ ਜਾਣ। ਤਾਂ ਬੱਚਿਆਂ ਨੂੰ ਇਹ ਚਾਹੀਦਾ ਕਿ ਜਦੋਂ ਵੀ ਵੀਜ਼ਾ ਅਪਲਾਈ ਕਰੋ ਕੈਨੇਡਾ ਦਾ, ਕਿਸੇ ਵੀ ਕੰਟਰੀ ਦਾ, ਹਮੇਸ਼ਾ 2, 4, 5 ਕੰਸਲਟੈਂਟ ਦਫ਼ਤਰ ਜਾਓ, ਆਪਣੇ ਕੇਸ ਨੂੰ ਕੰਸਲਟ ਕਰੋ। ਪਹਿਲੀ ਵਾਰੀ ਕਦੀ ਵੀ ਡਾਕੂਮੈਂਟ ਦੇ ਕੇ ਨਾ ਆਓ, ਆ ਕੇ ਵਿਚਾਰ ਕਰੋ ਘਰ, ਫਿਰ ਦੁਬਾਰਾ ਜਾਓ ਤਾਂ ਕਿ ਤੁਹਾਨੂੰ ਜਿਹੜਾ ਗੁੰਮਰਾਹ ਹੋਣ ਤੁਸੀਂ ਬਚ ਸਕਦੇ, ਤੁਸੀਂ ਆਪਣਾ ਜਿਹੜਾ ਰਿਫਿਊਜ਼ਲ ਨੂੰ ਬਚ ਸਕਦੇ ਹੋ। ਰਿਫਿਊਜ਼ਲ ਵਾਲੇ ਕੇਸ ਆਪਣੇ ਵੀਜ਼ੇ 'ਚ ਕਨਵਰਟ ਕਰ ਸਕਦੇ ਹੋ।
ਥੈਂਕ ਯੂ ਸੋ ਮਚ ਸਰ, ਸਾਡੇ ਦਰਸ਼ਕਾਂ ਦੇ ਨਾਲ ਇੰਨੀ ਵਧੀਆ ਜਾਣਕਾਰੀ ਸ਼ੇਅਰ ਕਰਨ ਦੇ ਲਈ। ਸਾਡੇ ਦਰਸ਼ਕਾਂ ਨੂੰ ਵੀ ਬਹੁਤ ਸਾਰੇ ਡਾਊਟਸ ਹਨ ਕਿਉਂਕਿ ਬਹੁਤ ਸਾਰੇ ਕੰਸਲਟੈਂਟਸ ਨੇ ਜੋ ਗੁੰਮਰਾਹ ਕਰਦੇ ਨੇ, ਬਹੁਤ ਸਾਰੀਆਂ ਫੀਸਾਂ ਵਸੂਲੀਆਂ ਜਾਂਦੀਆਂ ਨੇ ਜੋ ਕਿ ਸ਼ਾਇਦ ਜੈਨੂਇਨ ਵੀ ਨਹੀਂ ਹੁੰਦੀਆਂ। ਕਿਹੜੀਆਂ ਫੀਸਾਂ ਜੈਨੂਇਨ ਹੁੰਦੀਆਂ ਨੇ, ਕਿਹੜੀਆਂ ਨਹੀਂ, ਉਸ ਬਾਰੇ ਮਿਸਟਰ ਹਨੀਸ਼ ਉੱਪਲ ਜੀ ਜੋ ਕਿ ਵਿਜ਼ਨ ਗਰੁੱਪ ਤੇ ਨੇ, ਉਹਨਾਂ ਦੇ ਵੱਲੋਂ ਤੁਹਾਨੂੰ ਐਡਵਾਈਸ ਦਿੱਤੀ ਗਈ ਹੈ। ਤੇ ਜੇਕਰ ਹਜੇ ਵੀ ਕੋਈ ਤੁਹਾਨੂੰ ਡਾਊਟ ਹੈ ਤਾਂ ਤੁਸੀਂ ਉਹਨਾਂ ਦੇ ਆਫਿਸ ਵਿੱਚ ਜਾ ਕੇ ਵਿਜ਼ਿਟ ਕਰ ਸਕਦੇ ਹੋ ਤੇ ਹਰ ਤਰ੍ਹਾਂ ਦੀ ਤੁਹਾਡੀ ਜਿਹੜੀ ਵੀ ਕਨਫਿਊਜ਼ਨ ਹੈ ਉਸ ਨੂੰ ਪ੍ਰੋਪਰ ਤਰੀਕੇ ਨਾਲ, ਸਹੀ ਤਰੀਕੇ ਨਾਲ ਸੁਲਝਾਇਆ ਜਾਵੇਗਾ। ਸੋ ਇੱਕ ਵਾਰ ਫਿਰ ਤੋਂ ਰੂਬਰੂ ਹੋਵਾਂਗੇ। ਵੇਖਦੇ ਰਹੋ ਲੁਧਿਆਣਾ ਲਾਈਵ।